ਪ੍ਰਾਕ ਕਥਨ। ਪਾਤਸ਼ਾਹ ਜਗਤ ਦੇ ਹਿਸਾਬ ਕੀਮਤੀ ਹਸਤੀ ਹੈ, ਅਰ ਜਗਤ ਵਿੱਚ ਸਭ ਜੀਆਂ ਤੋਂ ਵਧੇਕ ਉਸ ਦੀ ਕੀਮਤ ਤੇ ਕਦਰ ਪੈਂਦੀ ਹੈ। ਅਤੇ ਪਾਤਸ਼ਾਹਾਂ ਦਾ ਪਾਤਸ਼ਾਹ ਤਾਂ ਪਾਤਸ਼ਾਹ ਤੋਂ ਵੀ ਉੱਪਰ ਹੋਇਆ, ਪਰ ਅਕਾਲ ਪੁਰਖ ਸਭ ਕੀਮਤਾਂ ਕੂਤਾਂ ਤੋਂ ਵੀ ਉੱਪਰ ਹੈ। ਇਸ ਲਈ ਉਸ ਨੂੰ ਅਗਲੀ ਪੌੜੀ ਵਿੱਚ ਅਮੁੱਲੋ ਅਮੁੱਲ ਆਖਿਆ ਹੈ। ਤੀਸਰੇ ਸਾਹਿਬਾਂ ਦਾ ਫਰਮਾਨ ਹੈ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ, ਰਹੇ ਲੋਕ ਵਿਲ ਲਾਏ। ਆਨੰਦ ਸਾਹਿਬ। ਫੇਰ ਫਰਮਾਇਆ, ਹਰ ਆਪ ਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਆਨੰਦ ਸਾਹਿਬ। ਅਮੁੱਲ ਦਾ ਅਰਥ ਮੁੱਲ ਰਹਿਤ ਨਹੀਂ, ਨਾ ਨਿਰਾ ਬੇਸ਼ਕੀਮਤ ਅਰਥ ਹੈ, ਪਰ ਮੁੱਲ ਥੀ ਉੱਪਰ ਜੋ ਆਮ ਮੁੱਲ ਵਾਲੀਆਂ ਪਦਵੀਆਂ ਥੀ ਉੱਪਰ ਹੈ। ਉਸ ਦੇ ਗੁਣ ਵੀ ਮੁੱਲ ਥੀ ਉੱਪਰ ਹਨ, ਕਿਉਂਕਿ ਉਸ ਦੇ ਗੁਣ ਧਾਰਨ ਕੀਤੇ ਹੋਏ ਨਹੀਂ, ਸਗੋਂ ਉਸ ਦਾ ਸਰੂਪ ਹਨ। ਜਿਸ ਤਰ੍ਹਾਂ ਮੋਲ ਨਾ ਪਾਈਐ ਗੁਣ ਹੈ ਅਮੋਲ। ਸੁਖਮਨੀ ਸਾਹਿਬ 23ਵੀਂ ਅਸ਼ਟਪਦੀ। ਸਾਰੇ ਗੁਣ ਅਸਥੀ ਚੱਲਦੇ ਹਨ। ਜਿਸ ਤਰ੍ਹਾਂ ਸਭ ਗੁਣ ਤੇਰੇ ਮੈਂ ਨਾਹੀ ਕੋਇ। ਜਪਜੀ ਸਾਹਿਬ। ਪਿਛਲੀ ਪੌੜੀ ਦੇ ਅੰਤ ਵਿੱਚ ਫਰਮਾਇਆ ਸੀ ਕਿ ਜਿਸ ਨੂੰ ਆਪਣੇ ਗੁਣਾਨਵਾਦ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਅਰਥਾਤ ਗੁਣਾਂ ਦੇ ਮਾਲਕ ਵਾਂਗੂ ਆਪ ਅਮੁੱਲ ਹੈ। ਜੈਸੇ ਫਰਮਾਇਆ ਹੈ, ਜੈਸਾ ਸੇਵੈ ਤੈਸੋ ਹੋਇ। ਗੌੜੀ ਮਹੱਲਾ ਪਹਿਲਾ। ਜਿਨ ਜਾਤਾ ਸੋ ਤਿਸ ਹੀ ਜੇਹਾ, ਦੱਖਣੀ ਓੰਕਾਰ। ਭੇਦ ਨ ਜਾਣਹੁ ਮੂਲ, ਸਾਈਂ ਜਿਹਿਆ। ਆਸਾ ਮਹੱਲਾ ਪੰਜਵਾ। ਕਿਉਂਕਿ ਉਹ ਗੁਣ ਕਹਿ ਗੁਣੀ ਸਮਾਵਣਿਆ ਹੋ ਜਾਂਦੇ ਹਨ। ਇਸ ਅਮੁੱਲ ਦਾਤ ਦਾ ਲੈਣ ਦੇਣ ਵੀ ਅਮੁੱਲ ਹੈ। ਇਹ ਸਾਰ ਸਿਧਾਂਤ ਇਸ ਪੌੜੀ ਵਿੱਚ ਹੈ। ਅਮੁੱਲ ਗੁਣ ਅਮੁੱਲ ਵਾਪਾਰ। ਉਹ ਪਾਤਸ਼ਾਹ ਜ਼ੋਰ ਜ਼ਰ ਦੇ ਪਾਤਸ਼ਾਹ ਨਹੀਂ ਹੋ ਜਾਂਦੇ, ਉਹ ਵਪਾਰੀ ਹੋ ਜਾਂਦੇ ਹਨ। ਉਹ ਵਪਾਰੀ ਮਾਲ ਮਿਲਖਦੇ ਨਹੀਂ, ਪਰ ਗੁਣਾਂ ਦੇ ਵਪਾਰੀ ਹੋ ਜਾਂਦੇ ਹਨ। ਉਹ ਮਾਇਕ ਗੁਣਾਂ ਦੇ ਸੰਸਾਰਿਕ ਖੂਬੀਆਂ ਦੇ ਵਪਾਰੀ ਨਹੀਂ ਹੋ ਜਾਂਦੇ, ਪਰ ਉਹ ਅਮੁੱਲ ਪਦ ਦੇ ਗੁਣਾਂ ਦੇ ਵਪਾਰੀ ਹੋ ਜਾਂਦੇ ਹਨ। ਜਿੱਥੇ ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਸ੍ਰੀ ਰਾਗ ਮਹੱਲਾ ਪਹਿਲਾ ਅਸ਼ਟਪਦੀਆਂ। ਇਹ ਵਾਲੀ ਅਮੁੱਲਤਾ ਹੈ। ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਉਹ ਫਿਰ ਇਹਨਾਂ ਅਮੁੱਲ ਗੁਣਾਂ ਦਾ ਵਪਾਰ ਕਰਦੇ ਹਨ। ਅਮੁੱਲ ਦੇ ਭੰਡਾਰ ਉਹਨਾਂ ਪਾਸ ਭਰੇ ਰਹਿੰਦੇ ਹਨ। ਉਹਨਾਂ ਦੇ ਉਹ ਫੇਰ ਅਮੁੱਲ ਵਪਾਰੀ ਸਦੀਂਦੇ ਹਨ। ਅਮੁੱਲ ਆਵਹਿ ਅਮੁੱਲ ਲੈ ਜਾਹੇ। ਫਿਰ ਮਾਨ ਦਾਵੇ ਦਾ ਤਿਆਗ ਕਰਕੇ ਮੈਂ ਮੇਰੀ ਤੋਂ ਸਖਣੇ ਹੋਏ ਮੁੱਲ ਰਹਿਤ। ਇੱਥੇ ਅਰਥ ਮੁੱਲ ਰਹਿਤ ਫਬਦਾ ਹੈ ਕਿ ਉਹ ਆਪ ਨੂੰ ਨਿਮਰਤਾ ਵਿੱਚ ਤੇ ਹਉ ਨਿਵਾਰੀ ਹਾਲਤ ਵਿੱਚ ਮੁੱਲ ਰਹਿਤ ਸਮਝ ਕੇ ਦਾਤ ਲੈਣ ਆਉਂਦੇ ਹਨ। ਵਣਜਾਰੇ ਉਹਨਾਂ ਪਾਸ ਵਣਜ ਲਈ ਆਉਂਦੇ ਹਨ ਤੇ ਅਮੁੱਲ ਪਦ ਦਾ ਵੱਖਰ ਸੌਦਾ ਖਰੀਦ ਕੇ ਲੈ ਜਾਂਦੇ ਹਨ। ਮਾਨੋ ਆਪਣੀ ਹਉ ਰਹਿਤਤਾ ਜਾਂ ਨਿਮਰਤਾ ਇੱਕ ਮੁੱਲ ਹੈ, ਜਿਸ ਦੇ ਬਦਲੇ ਅਮੁੱਲ ਪਦ ਵੀ ਪ੍ਰਾਪਤ ਕਰ ਲਿਜਾਂਦੇ ਹਨ। ਅਮੁੱਲ ਭਾਏ ਅਮੁੱਲਾ ਸਮਾਹੇ। ਇਉਂ ਉਹ ਅਮੁੱਲ ਭਾਵਾਂ ਵਾਲੇ ਹੋ ਕੇ ਅਮੁੱਲਾ ਅਮੁੱਲ ਵਾਲੇ ਸ਼ਾਹ ਭਾਵ ਪਰਮਾਤਮਾ ਵਿੱਚ ਸਮਾ ਜਾਂਦੇ ਹਨ। ਅਮੁੱਲ ਪ੍ਰਭੂ ਨੂੰ ਪਿਆਰ ਕਰਦੇ ਉਸ ਅਮੁੱਲ ਵਿੱਚ ਸਮਾ ਜਾਂਦੇ ਹਨ। ਇਉਂ ਉਹ ਅਮੁੱਲ ਗੁਣਾਂ ਨੂੰ ਲੈ ਜਾ ਕੇ ਉਹਨਾਂ ਨੂੰ ਪਿਆਰ ਕਰਦੇ ਅਮੁੱਲਾ ਪਰਮਾਤਮਾ ਵਿੱਚ ਸਮਾ ਜਾਂਦੇ ਹਨ। ਅਮੁੱਲ ਧਰਮ ਅਮੁੱਲ ਦੀਬਾਨ। ਅਮੁੱਲ ਦਾ ਮਾਰਗ ਧਰਮ ਰਾਜ ਦੇ ਮਾਰਗ ਤੋਂ ਵੱਖਰਾ ਹੈ। ਇਸ ਤੇ ਤੁਰਨ ਵਾਲਿਆਂ ਦਾ ਲੇਖਾ ਧਰਮ ਰਾਜ ਨਹੀਂ ਕਰਦਾ।
ਸੋ ਅਮੁੱਲ ਲੋਕ ਦਾ ਅਮੁੱਲ ਧਰਮ ਰਾਜ, ਜਿਸ ਦਾ ਦੀਵਾਨ ਹੀ ਅਮੁੱਲ ਦਾ ਹੈ। ਅਮੁੱਲ ਤੁਲ ਅਮੁੱਲ ਪਰਵਾਨ, ਆਪ ਉਹਨਾਂ ਨੂੰ ਤੋਲਦਾ ਪਰਖਦਾ ਹੈ। ਭਾਵ ਇਹ ਕਿ ਧਰਮ ਰਾਜ ਉਹਨਾਂ ਨੂੰ ਕਰਮਾਂ ਤੋਂ ਨਹੀਂ ਤੋਲਦਾ, ਸਗੋਂ ਅਮੁੱਲ ਦੀ ਤਕੜੀ ਤੇ ਅਮੁੱਲ ਦੇ ਵੱਟੇ ਨਾਲ ਉਹਨਾਂ ਦੀ ਪਰਖ ਹੁੰਦੀ ਹੈ। ਭਾਵ ਉਹਨਾਂ ਦੀ ਨਿਮਰਤਾ ਤੇ ਹਉ ਰਹਿਤਤਾ ਕਰਕੇ ਉਹਨਾਂ ਵਿੱਚ ਅਮੁੱਲ ਗੁਣ ਦੇ ਪ੍ਰਵੇਸ਼ ਨਾਲ ਜੋ ਅਮੁੱਲ ਪਦ ਪ੍ਰਾਪਤ ਹੁੰਦਾ ਹੈ, ਉਸ ਨੂੰ ਪਰਖੀਂਦਾ ਹੈ। ਉਹ ਕਰਮ ਧਰਮ ਅਨੁਸਾਰ ਨਹੀਂ ਤੋਲੇ ਜਾਂਦੇ, ਉਹਨਾਂ ਵਿੱਚ ਅਮੁੱਲਤਾ ਦਾ ਨਿਸ਼ਾਨ ਦੇਖਦੇ ਹੀ ਅਮੁੱਲ ਬਖਸ਼ਿਸ਼ ਹੋ ਜਾਂਦੀ ਹੈ। ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਗੱਲ ਕੀ ਇਹਨਾਂ ਵਿੱਚ ਅਮੁੱਲਤਾ ਦਾ ਨਿਸ਼ਾਨ ਹੀ ਦੇਖ ਲਿਆ ਜਾਂਦਾ ਹੈ ਤੇ ਅਮੁੱਲ ਦੀ ਹੀ ਬਖਸ਼ਿਸ਼ ਹੋ ਜਾਂਦੀ ਹੈ। ਫਿਰ ਇਹਨਾਂ ਅਮੁੱਲ ਬਖਸ਼ਿਸ਼ ਵਿੱਚ ਪਹੁੰਚੇ ਹੋਏ ਦੀ ਬਖਸ਼ਿਸ਼ ਵੀ ਅਮੁੱਲ ਹੋ ਜਾਂਦੀ ਹੈ ਤੇ ਇਹਨਾਂ ਦਾ ਅਮੁੱਲ ਕਰਮ ਅਮੁੱਲ ਫਰਮਾਨ ਹੁਕਮ ਵੀ ਅਮੁੱਲ ਹੋ ਜਾਂਦਾ ਹੈ। ਅਥਵਾ ਇਸ ਅਮੁੱਲ ਦੀਵਾਨ ਦੀ ਬਖਸ਼ਿਸ਼ ਵੀ ਅਮੁੱਲ ਹੈ ਤੇ ਇਸ ਦਾ ਹੁਕਮ ਵੀ ਅਮੁੱਲ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਇਸ ਅਮੁੱਲ ਦੇਸ਼ ਦਾ ਸ਼ਹਿਨਸ਼ਾਹ ਅਮੁੱਲ ਹੀ ਅਮੁੱਲ ਸਦਾਉਂਦਾ ਹੈ, ਪਰ ਉਸ ਦਾ ਸੰਪੂਰਨ ਵਰਣਨ ਕਿਸੇ ਤੋਂ ਨਹੀਂ ਹੋ ਸਕਦਾ। ਆਖ ਆਖ ਰਹੇ ਲਿਵ ਲਾਏ, ਹਾਂ ਅਮੁੱਲ ਦੇ ਵਪਾਰੀ ਉਸ ਨੂੰ ਆਖਦੇ ਹਨ, ਪਰ ਆਖਦੇ ਆਖਦੇ ਉਸ ਦਾ ਅੰਤ ਨਹੀਂ ਪਾ ਲੈਂਦੇ। ਹਾਂ ਆਖਦੇ ਉਸ ਵਿੱਚ ਲਿਵ ਧਾਰੀ ਹੋ ਜਾਂਦੇ ਹਨ, ਜਿਸ ਤਰ੍ਹਾਂ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਆਸਾ ਮਹੱਲਾ ਪਹਿਲਾ। ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ। ਸੁਖਮਨੀ ਸਾਹਿਬ 16ਵੀਂ ਅਸ਼ਟਪਦੀ। ਵਿਆਖਿਆ। ਪਹਾੜ ਵਿੱਚ ਪੱਥਰ ਦੇ ਗੀਟਿਆਂ ਦਾ ਕੋਈ ਮੁੱਲ ਨਹੀਂ ਪੈਂਦਾ, ਉਥੇ ਉਹ ਬੇਮੁੱਲੇ ਪ੍ਰਾਪਤ ਹਨ। ਸੋ ਇੱਕ ਅਰਥ ਅਮੁੱਲ ਦਾ ਹੋਇਆ ਬੇਕੀਮਤ ਹੋਣਾ। ਇੱਕ ਹੀਰਾ ਹੈ, ਉਸ ਦਾ ਸੋਨੇ ਚਾਂਦੀ ਹਰ ਸ਼ੈ ਤੋਂ ਵਧੇਕ ਮੁੱਲ ਪੈਂਦਾ ਹੈ। ਉਸ ਨੂੰ ਵੀ ਆਖਦੇ ਹਨ ਇਹ ਅਮੁੱਲ ਹੈ, ਅਰਥਾਤ ਬਹੁਤ ਬੇਸ਼ਕੀਮਤ ਹੈ। ਸੋ ਅਮੁੱਲ ਦਾ ਦੂਜਾ ਅਰਥ ਹੈ ਬਹੁਮੁੱਲਾ ਹੋਣਾ। ਲਗਭਗ ਇਸ ਪੌੜੀ ਵਿੱਚ ਇਹ ਦੋਏ ਅਰਥ ਅਮੁੱਲ ਪਦ ਦੇ ਨਹੀਂ ਹਨ, ਪਰ ਦੋਹਾਂ ਤੋਂ ਆਮ ਤੌਰ ਤੇ ਵੱਖਰਾ ਤੇ ਸੰਮਿਲਵਾਂ ਕੋਈ ਵਿਸ਼ੇਸ਼ ਭਾਵ ਹੈ। ਆਮ ਤੌਰ ਤੇ ਹਰ ਸ਼ੈ ਦੀ ਕੀਮਤ ਮੁੱਲ ਲੈਣ ਵਾਲੇ ਦੀ ਲੋੜ ਤੋਂ ਪੈਂਦੀ ਹੈ। ਜੰਗਲ ਵਿੱਚ ਗੁਲਾਬ ਖਿੜਦਾ ਹੈ, ਮੁਸ਼ਕਦਾ ਹੈ, ਕਿਰ ਕਿਰ ਕੇ ਸੁੱਕ ਜਾਂਦਾ ਹੈ, ਇਉਂ ਕੋਈ ਕੀਮਤ ਨਾ ਪਈ। ਪਰ ਲੋੜ ਵਾਲੇ ਆਪਣੀ ਲੋੜ ਤੋਂ ਉਸ ਦਾ ਮੁੱਲ ਪਾਉਂਦੇ ਹਨ। ਜਿਵੇਂ ਉਹ ਗੁਲਾਬ ਮਾਲੀ ਲਾਉਂਦਾ ਹੈ, ਉਸ ਨੂੰ ਲੋੜ ਹੈ ਅੰਨ ਬਸਤਰ ਦੀ, ਉਹ ਅਤਾਰ ਪਾਸ ਵੇਚ ਦਿੰਦਾ ਹੈ। ਸੋ ਮਾਲੀ ਦੀ ਲੋੜ ਮੂਜਬ ਗੁਲਾਬ ਦਾ ਮੁੱਲ ਪੈ ਗਿਆ। ਅਤਾਰ ਉਸ ਦਾ ਅਤਰ ਕੱਢਦਾ ਹੈ ਤੇ ਫਿਰ ਵੇਚ ਲੈਂਦਾ ਹੈ, ਮੁੜ ਮੁੱਲ ਪੈ ਗਿਆ ਗੁਲਾਬ ਦਾ। ਇਹ ਮੁੱਲ ਵੀ ਖਰੀਦਦਾਰ ਤੇ ਵੇਚਣ ਵਾਲੇ ਦੀ ਲੋੜ ਤੇ ਇੱਛਾ ਤੋਂ ਪਿਆ। ਇੱਕ ਦਿਨ ਇੱਕ ਆਦਮੀ ਜੰਗਲ ਦੀ ਸੈਰ ਕਰਦਾ ਖੇੜੇ ਤੇ ਮੁਸ਼ਕਾਂ ਮਾਰਦੇ ਗੁਲਾਬ ਨੂੰ ਦੇਖਦਾ ਹੈ। ਉਸ ਦੀ ਮਿੱਠੀ ਸੁਗੰਧ ਸਿਰ ਨੂੰ ਚੜ੍ਹਦੀ ਹੈ। ਉਸ ਤੇ ਵਿਸਮਈ ਭਾਵ ਛਾ ਜਾਂਦਾ ਹੈ। ਉਹ ਜਦ ਵਿਸਮਈ ਭਾਵ ਤੋਂ ਉਥਾਨ ਹੁੰਦਾ ਹੈ ਤਾਂ ਵਾਹ ਵਾਹ ਕਹਿ ਉੱਠਦਾ ਹੈ। ਗੁਲਾਬ ਦਾ ਜੋ ਮੁੱਲ ਅਸਲੀ ਸੀ ਉਹ ਹੁਣ ਪੈ ਗਿਆ, ਨਾ ਪੈਸਿਆਂ ਰੁਪਈਆਂ ਵਿੱਚ, ਨਾ ਕਿਸੇ ਵਟਾਂਦਰੇ ਵਿੱਚ, ਪਰ ਇੱਕ ਭਾਵ ਵਿੱਚ ਜਿਸ ਵਿੱਚ ਕਿ ਸੁਗੰਧੀ ਤੇ ਸੁੰਦਰਤਾ ਉਸ ਨੂੰ ਵਿਸਮਈ ਲੀਨ ਕਰ ਗਈ। ਕੁਛ ਇਸ ਪ੍ਰਕਾਰ ਦਾ ਮੁੱਲ ਦਾ ਅਰਥ ਇਸ ਪੌੜੀ ਵਿੱਚ ਗੁਲਾਬ ਦੀ ਅਸਲੀਅਤ ਉਸ ਦੀ ਮਾਨੋ ਰੂਹ ਇਨਸਾਨ ਦੀ ਰੂਹ ਨੂੰ ਉਸ ਦੇ ਅਸਲੇ ਵਿੱਚ ਲੀਨਤਾ ਦਾ ਰੰਗ ਦੇ ਗਈ। ਇਸ ਦੀ ਕੀਮਤ ਕੁਛ ਪੈਸਿਆਂ ਰੁਪਈਆਂ ਵਿੱਚ ਨਹੀਂ ਪਾ ਜਾ ਸਕਦੀ। ਇਹ ਮੁੱਲ ਤਾਂ ਹੈ, ਪਰ ਇਹ ਅਮੁੱਲ ਮੁੱਲ ਹੈ। ਜਨਮ ਸਾਖੀ ਵਿੱਚ ਕਥਾ ਹੈ ਕਿ ਮਰਦਾਨੇ ਨੂੰ ਇੱਕ ਵੇਰ ਇੱਕ ਸ਼ਹਿਰ ਵਿੱਚ ਗੁਰੂ ਜੀ ਨੇ ਇੱਕ ਲਾਲ ਵੇਚਣ ਲਈ ਦਿੱਤਾ। ਜਦ ਮਰਦਾਨਾ ਵੇਚਣ ਗਿਆ ਤਾਂ ਕਿਸੇ ਅਣਜਾਣ ਨੇ ਮੁੱਲ 2-3 ਪੈਸੇ ਲਾਇਆ।
ਕਿਸੇ ਹੋਰ ਨੇ ਕੁਛ ਹੋਰ ਵਧੇਰੇ ਮੁੱਲ ਪਾਇਆ, ਪਰ ਜਦ ਇੱਕ ਲਾਲਾਂ ਦੇ ਜੌਹਰੀ ਸਲਸਰਾਏ ਪਾਸ ਲੈ ਗਿਆ ਤਾਂ ਉਸ ਨੂੰ ਦੇਖਦੇ ਸਾਰ ਸੁੰਦਰਤਾ ਦੀ ਐਸੀ ਝਲਕ ਵੱਜੀ ਕਿ ਜੌਹਰੀ ਦੀ ਪਰਖ ਸ਼ਕਤੀ ਖੜੋ ਗਈ ਤੇ ਉਸ ਉੱਤੇ ਵਿਸਮਾਦ ਦਾ ਭਾਵ ਛਾ ਗਿਆ। ਜਦ ਉਸ ਦੀ ਹੋਸ਼ ਪਰਤੀ ਤਾਂ ਉਸਨੇ ਮਰਦਾਨੇ ਵੱਲ ਤੱਕਿਆ, ਫੇਰ 100 ਰੁਪਏ ਅੱਗੇ ਰੱਖਿਆ ਤੇ ਕਿਹਾ, ਭਾਈ ਇਸ ਲਾਲ ਦੀ ਕੀਮਤ ਰੁਪਈਆਂ ਵਿੱਚ ਨਹੀਂ ਪੈ ਸਕਦੀ, ਇਹ ਅਮੁੱਲ ਹੈ। ਇਸ ਦੀ ਦਰਸ਼ਨ ਭੇਟ ਵਜੋਂ ਮੈਂ 100 ਰੁਪਇਆ ਮੱਥਾ ਟੇਕਦਾ ਹਾਂ। ਮਰਦਾਨਾ ਜਦ 100 ਲੈ ਕੇ ਗੁਰੂ ਜੀ ਪਾਸ ਗਿਆ ਤਾਂ ਗੁਰੂ ਜੀ ਨੇ ਇਹ ਦਰਸ਼ਨ ਭੇਟਾ ਲੈਣੋਂ ਨਾਂਹ ਕੀਤੀ। ਮਰਦਾਨਾ 2-1 ਵਾਰ ਮੋੜ ਘੇੜ ਵਿੱਚ ਗਿਆ, ਇੰਨੇ ਵਿੱਚ ਜੌਹਰੀ ਗੁਰੂ ਚਰਨਾਂ ਵਿੱਚ ਆ ਹਾਜ਼ਰ ਹੋਇਆ ਤਾਂ ਉਸਨੇ ਕਿਹਾ, ਜੀਓ ਇਹ ਲਾਲ ਇਤਨਾ ਬੇਸ਼ਕੀਮਤ ਹੈ ਕਿ ਕੀਮਤ ਕੂਤ ਦੀ ਹੱਦ ਤੋਂ ਪਰੇ ਹੋ ਗਿਆ ਹੈ। ਇਹ ਵਿਸਮਾਦ ਹੈ, ਵਿਸਮਾਦ ਦਾ ਦਾਤਾ ਹੈ। ਹਾਂ, ਇਹ ਤੁਹਾਡਾ ਲਾਲ ਵਿਸਮਾਦ ਹੈ ਜੀਓ, ਵਿਸਮਾਦ ਹੈ, ਵਿਸਮਾਦ ਹੈ। ਤੁਸੀਂ ਆਪ ਵਿਸਮਾਦ ਹੋ, ਅਮੁੱਲ ਹੋ, ਅਮੁੱਲ ਹੋ, ਸਭ ਕੀਮਤਾਂ ਤੋਂ ਪਰੇ ਹੋ। ਇਹ ਜੋ ਜੌਹਰੀ ਨੂੰ ਦਰਸ਼ਨ ਮਾਤਰ ਤੋਂ ਵਿਸਮਾਦ ਹੋ ਗਿਆ ਹੈ, ਲਾਲ ਦੀ ਸੁੰਦਰਤਾ ਨੇ ਉਸ ਨੂੰ ਆਪਣੇ ਨਿਜ ਸਰੂਪ ਦੀ ਸੁੰਦਰਤਾ ਦੀ ਚੱਸ ਲਾ ਦਿੱਤੀ। ਇਹ ਮੁੱਲ ਹੈ ਜਿਸ ਦਾ ਮੁੱਲ ਪੈ ਨਹੀਂ ਸਕਦਾ। ਇਸ ਪ੍ਰਕਾਰ ਦਾ ਭਾਵ ਇਸ ਅਮੁੱਲ ਵਾਲੀ ਪੌੜੀ ਦਾ ਹੈ। ਪਾਣੀ ਨੂੰ ਨਿਰਮਲ ਕਰੀ ਚੱਲੋ, ਜਦ ਮੂਲੋਂ ਨਿਰਮਲ ਹੋ ਜਾਏਗਾ ਤਾਂ ਪੂਰਨ ਨਿਰਮਲ ਜਲ ਦੇ ਸਰੋਵਰ ਵਿੱਚ ਪਾਇਆ ਵਿਖਮਤਾ ਨਹੀਂ ਦਰਸਾਏਗਾ, ਤਦਰੂਪ ਹੋ ਜਾਏਗਾ। ਸੋ ਨਿਰਮਲ ਹੋਏ ਜਲ ਦਾ ਮੁੱਲ ਨਿਰਮਲ ਜਲ ਹੈ, ਇਹ ਅਮੁੱਲਤਾ ਹੈ। ਇਸੇ ਤਰ੍ਹਾਂ ਜੀਵ ਤਤ ਜਦ ਨਾਮ, ਬਾਣੀ, ਸਿਫਤ, ਸਲਾਹ, ਕੀਰਤਨ ਨਾਲ ਆਪਣੇ ਆਪ ਵਿੱਚ ਮੂਲੋਂ ਨਿਰਮਲ ਹੋ ਚਮਕੇਗਾ ਤਾਂ ਨਿਰੋਲ ਸੱਚ ਹੋ ਜਾਏਗਾ। ਤਾਂ ਉਸ ਦਾ ਮੁੱਲ ਪਵੇਗਾ ਸੱਚ, ਅਰਥਾਤ ਉਹ ਸਤ ਸਰੂਪ ਪਰਮਾਤਮ ਦੇਵ ਉਸ ਨੂੰ ਆਪਣੇ ਵਿੱਚ ਤਦਰੂਪ ਕਰ ਲਵੇਗਾ। ਨਿਰੋਲ ਸੱਚ ਹੋ ਗਏ ਦਾ ਮੁੱਲ ਸੱਚ ਪੈ ਗਿਆ। ਸੱਚ ਦਾ ਮੁੱਲ ਸੱਚ, ਜੋ ਸੱਚ ਸੱਚ ਵਿੱਚ ਲੀਨ ਹੋ ਗਿਆ। ਜਿਸ ਤਰ੍ਹਾਂ ਨਾਨਕ ਸੱਚ ਧਿਆਇਨ ਸੱਚ, ਵਾਰ ਆਸਾ ਮਹੱਲਾ ਪਹਿਲਾ। ਇਹ ਹੈ ਮੁੱਲ ਜੋ ਅਮੁੱਲ ਹੈ, ਕਿਉਂਕਿ ਉਹ ਤ੍ਰਹਿ ਕਾਲ ਬਾਅਦ ਸੱਚ ਪਰਮਾਤਮ ਦੇਵ ਆਪ ਅਮੁੱਲ ਹੈ। ਜਿਸ ਤਰ੍ਹਾਂ ਹਰ ਆਪ ਮੁਲਕ ਹੈ, ਮੁੱਲ ਨਾ ਪਾਇਆ ਜਾਏ। ਆਨੰਦ ਸਾਹਿਬ। ਉਸ ਮੁੱਲ ਦੇ ਗੁਣ ਵੀ ਅਮੁੱਲ ਹਨ। ਜਿਸ ਤਰ੍ਹਾਂ ਮੋਲ ਨਾ ਪਾਈਐ, ਗੁਣ ਹੈ ਅਮੋਲ। ਸੁਖਮਨੀ ਸਾਹਿਬ 23ਵੀਂ ਅਸ਼ਟਪਦੀ। ਮੋਲ ਅਮੋਲ ਨ ਪਾਈਐ, ਵਣਦ ਨ ਲੀਜੈ ਹਾਟ। ਮਾਰੂ ਵਾਰ ਮਹੱਲਾ ਪਹਿਲਾ। ਕੀਕੂ ਮਿਲਦਾ ਹੈ, ਗੁਣ ਤੇ ਗੁਣ ਮਿਲ ਪਾਈਐ, ਜੇ ਸਤਿਗੁਰ ਮਾਹਿ ਸਮਾਏ। ਮਾਰੂ ਵਾਰ ਮਹੱਲਾ ਪਹਿਲਾ। ਸੋ ਗੁਣ ਅਮੁੱਲ ਹਨ। ਇਸ ਦਾ ਵਪਾਰ ਆਪੇ ਅਮੁੱਲ ਹੋ ਗਿਆ। ਇਸ ਦੇ ਵਪਾਰੀ ਵੀ ਅਮੁੱਲ ਹੋਏ ਤੇ ਗੁਣ ਭੰਡਾਰ ਵੀ ਅਮੁੱਲ ਹੀ ਹੋਏ। ਹੁਣ ਇਸ ਅਮੁੱਲ ਦੇ ਖਰੀਦਦਾਰ ਹੋ ਕੇ ਜੋ ਆਉਂਦੇ ਹਨ, ਉਹ ਵੀ ਅਮੁੱਲ ਹੋ ਕੇ ਆਉਣ। ਉਹ ਅਮੁੱਲ ਕਿਹਕੂ ਹੋਣ, ਕਿਵੇਂ ਹੋਣ? ਉੱਤਰ, ਸ਼ਰਧਾ, ਭਗਤੀ ਤੇ ਨਿਮਰਤਾ ਵਿੱਚ ਆਪੇ ਨੂੰ ਨਿਵਾਰ ਕੇ ਆਉਣ। ਮਾਨ ਅਭਿਮਾਨ ਦੀਆਂ ਕੀਮਤਾਂ ਛੱਡ ਕੇ ਆਉਣ। ਤਪ ਕੇ ਸੇਵਾ, ਭੇਟਾ ਕੇ ਪੂਜਾ, ਕਿਸੇ ਸ਼ੈ ਦੇ ਭਾਵ ਨੂੰ ਮੁੱਲ ਸਮਝ ਕੇ ਅਰਪਣ ਨਾ ਕਰਨ। ਨਾਮ, ਬਾਣੀ, ਭਜਨ, ਕੀਰਤਨ ਸਭ ਇੱਕ ਝੋਲੀ ਅੱਡਣ ਵਾਂਗੂ ਅਮੁੱਲੋ ਮੁੱਲ ਦੇ ਅੱਗੇ ਪੇਸ਼ ਕਰਨ। ਕਿਸੇ ਗੱਲ ਦਾ ਮਾਣ ਨਾ ਧਾਰਨ ਕਰਨ। ਇਹ ਅਮੁੱਲ ਆਉਣਾ ਹੈ। ਪ੍ਰਸ਼ਨ ਹੁੰਦਾ ਹੈ ਕਿ ਉਹ ਅਮੁੱਲ ਆਏ ਲੈ ਕੇ ਕੀ ਜਾਂਦੇ ਹਨ? ਉਹ ਗੁਰੂ ਪਾਸੋਂ ਅਮੁੱਲ ਗੁਣ ਜੋ ਸੱਚ ਹੈ ਲੈ ਜਾਂਦੇ ਹਨ। ਗੁਣ ਤੇ ਗੁਣ ਮਿਲ ਪਾਈਐ, ਜੇ ਸਤਿਗੁਰ ਮਾਹਿ ਸਮਾਏ। ਮਾਰੂ ਵਾਰ ਮਹੱਲਾ ਪਹਿਲਾ। ਸਤਿਗੁਰ ਤੋਂ ਸੱਚ ਪ੍ਰਾਪਤ ਹੋ ਗਿਆ, ਅਰਥਾਤ ਆਪਾ ਨਿਰਮਲ ਤੇ ਸ਼ੁੱਧ ਹੋ ਕੇ ਸਤ ਸਰੂਪ ਹੋ ਲਿਸ਼ਕਿਆ। ਤਦ ਅਮੁੱਲ ਅਰਥਾਤ ਸਤ ਸਰੂਪ ਪਰਮਾਤਮ ਦੇਵ ਨੂੰ ਭਾ ਗਿਆ ਤੇ ਉਸ ਅਮੁੱਲ ਸਾਈਂ ਨੇ ਅਮੁੱਲ ਆਏ ਨੂੰ ਆਪੇ ਵਿੱਚ ਸਮਾ ਲਿਆ। ਇਸ ਕਰਕੇ ਫਰਮਾਇਆ ਹੈ, ਅਮੁੱਲ ਭਾਏ ਅਮੁੱਲਾ ਸਮਾਹੇ। ਇਹ ਅਮੁੱਲ ਕੀ ਹੋਇਆ? ਤਾਂ ਦੱਸਦੇ ਹਨ ਕਿ
ਅਮੁੱਲੋ ਅਮੁੱਲ ਆਖਿਆ ਨਾ ਜਾਏ। ਅਰਥਾਤ ਇਹ ਅਮੁੱਲੋ ਅਮੁੱਲ ਹੀ ਹੈ, ਇਹ ਵਰਣਨ ਨਹੀਂ ਹੋ ਸਕਦਾ। ਇਸ ਦੀ ਦੁਕਾਨ ਅਮੁੱਲ ਹੈ, ਇਸ ਦੇ ਤੱਕੜੀ ਵੱਟੇ ਅਮੁੱਲ ਹਨ। ਨਹੀਂ, ਇਹ ਦੁਕਾਨ ਨਹੀਂ, ਇਹ ਇੱਕ ਅਮੁੱਲ ਬਖਸ਼ਿਸ਼ ਦਾ ਦਰਬਾਰ ਹੈ। ਜਿੱਥੋਂ ਦਾ ਰਾਜਾ ਧਰਮ ਹੈ, ਉਸ ਦਾ ਦਰਬਾਰ ਬਖਸ਼ਿਸ਼ ਦਾ ਹੈ। ਉਥੋਂ ਦੀ ਬਖਸ਼ਿਸ਼ ਅਮੁੱਲ ਹੈ, ਤੇ ਉਸ ਬਖਸ਼ਿਸ਼ ਲਈ ਨਿਸ਼ਾਨ ਵੀ ਅਮੁੱਲ ਹੀ ਪੈਂਦਾ ਹੈ। ਇਹ ਅਮੁੱਲ ਦਾ ਅਮੁੱਲ ਸਾਈਂ ਆਪ ਅਕਥਨੀ ਹੈ, ਪਰ ਉਸ ਦਾ ਨਾਮ ਸਿਮਰਨ ਤੇ ਜਸ਼ ਕਥਨ ਹੀ ਮਾਰਗ ਹੈ, ਜਿਸ ਨਾਲ ਉਸ ਵਿੱਚ ਲਿਵ ਲੱਗਦੀ ਹੈ। ਕੂੜੇ ਦੀ ਪਾਲ ਟੁੱਟਦੀ ਹੈ ਤੇ ਸੱਚ ਨਿਤਰ ਕੇ ਸੱਚ ਵਿੱਚ ਪ੍ਰਾਪਤ ਹੁੰਦਾ ਹੈ। ਆਖਿਆ ਨਾ ਜਾਏ ਕਹਿ ਕੇ ਫੇਰ ਫਰਮਾਉਂਦੇ ਹਨ, ਆਖ ਆਖ ਰਹੇ ਲਿਵ ਲਾਏ। ਮਾਨੋ ਉਸ ਦਾ ਵੇਰਵਾ ਖੋਲਦੇ ਹਨ, ਜਿਸ ਦਾ ਤਾਤਪਰਜ ਇਹ ਹੈ ਕਿ ਆਖਣ ਵਾਲੇ ਤਾਂ ਕਈ ਹਨ, ਪਰ ਉਹ ਸੰਪੂਰਨ ਰੂਪ ਤੇ ਨਹੀਂ ਆਖ ਸਕਦੇ। ਆਖ ਆਖ ਕੇ ਉਸ ਦੀ ਕੀਮਤ ਕੂਤ ਨਹੀਂ ਪਾ ਸਕਦੇ, ਜਿਸ ਤਰ੍ਹਾਂ ਆਖ ਥਕੇ ਕੀਮਤ ਨਹੀਂ ਪਾਈ। ਆਸਾ ਮਹੱਲਾ ਪਹਿਲਾ। ਜੇ ਕੋਈ ਐਸਾ ਦਾਵਾ ਕਰੇ ਤਾਂ ਉਹ ਗਵਾਰ ਗਿਣਿਆ ਜਾਏਗਾ, ਕਿਉਂਕਿ ਉਹ ਸਾਈਂ ਅਮਿਤ ਹੈ, ਆਖਣ ਵਾਲੇ ਦੀ ਬੁੱਧੀ ਮਿੱਤ ਵਿੱਚ ਹੈ। ਜਿਸ ਤਰ੍ਹਾਂ ਬਾਬਾ ਅੱਲੋਹ ਅਗਮ ਅਪਾਰ। ਸ੍ਰੀ ਰਾਗ ਮਹੱਲਾ ਪਹਿਲਾ ਅਸ਼ਟਪਦੀਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਆਸਾ ਮਹੱਲਾ ਪਹਿਲਾ। ਸੋ ਜੋ ਆਖਣ ਵਾਲੇ ਹਨ ਅੰਤ ਨਹੀਂ ਪਾ ਸਕਦੇ, ਪਰ ਜੋ ਸ਼ਰਧਾ ਪ੍ਰੇਮ ਨਾਲ ਆਖਦੇ ਹਨ, ਭਾਵ ਪ੍ਰੇਮ ਵਿੱਚ ਸਿਫਤ ਸਲਾਹ ਕਰਦੇ ਹਨ, ਉਹ ਆਖਦੇ ਆਖਦੇ ਲਿਵ ਧਾਰੀ ਹੋ ਜਾਂਦੇ ਹਨ। ਅਮੁੱਲ ਗੁਣ ਤੋਂ ਲਿਵ ਲਾਏ ਤੱਕ ਦੇ ਅਰਥ ਇਉਂ ਵੀ ਲਾਏ ਜਾਂਦੇ ਹਨ। ਇਸ ਪੌੜੀ ਦੀ ਮੁੱਖ ਸਤਰ 9ਵੀਂ ਹੈ, ਜਿਸ ਵਿੱਚ ਦੱਸਿਆ ਹੈ ਉਹ ਦਾਤਾ ਆਪ ਅਮੁੱਲ ਹੀ ਅਮੁੱਲ ਹੈ। ਸੋ ਉਸ ਅਮੁੱਲ ਦੇ ਗੁਣ ਵੀ ਅਮੁੱਲ ਹਨ, ਉਹਨਾਂ ਗੁਣਾਂ ਦੇ ਵਪਾਰ ਵੀ ਅਮੁੱਲ ਹੀ ਹਨ। ਜੋ ਲੋਕ ਉਹਨਾਂ ਗੁਣਾਂ ਦਾ ਵਪਾਰ ਕਰਦੇ ਹਨ, ਭਾਵ ਪਰਮੇਸ਼ਵਰ ਦਾ ਗੁਣਾਨਵਾਦ, ਸਿਫਤ ਸਲਾਹ, ਲੇਖ ਬੋਲ, ਪੜ੍ਹ ਗਾਉ, ਸਮਝ ਸਮਝਾ ਆਦਿ ਤਰੀਕਿਆਂ ਨਾਲ ਗੁਣ ਵਖਰ ਦਾ ਲੈਣ ਦੇਣ ਕਰਦੇ ਹਨ, ਉਹ ਵਪਾਰੀ ਵੀ ਅਮੁੱਲ ਹਨ। ਜਿਸ ਵਖਰ ਅਰਥਾਤ ਸਾਹਿਬ ਦੀ ਸਿਫਤ ਸਲਾਹ ਦਾ ਉਹ ਵਪਾਰ ਕਰਦੇ ਨੇ, ਉਸ ਦੇ ਭੰਡਾਰ ਵੀ ਅਮੁੱਲ ਹਨ। ਜੋ ਉਹਨਾਂ ਪਾਸੋਂ ਇਹ ਵਖਰ ਲੈਣ ਆਉਂਦੇ ਹਨ ਤੇ ਲੈ ਜਾਂਦੇ ਹਨ, ਉਹ ਵੀ ਅਮੁੱਲ ਹੋ ਜਾਂਦੇ ਹਨ। ਉਹਨਾਂ ਨੇ ਇਸ ਵਖਰ ਨਾਲ ਸ਼ਰਧਾ ਭਾਵਨਾ ਆਦ ਪਿਆਰ ਕੀਤੇ ਹਨ ਤੇ ਉਹਨਾਂ ਗੁਣਾਂ ਦੀ ਆਪਣੇ ਵਿੱਚ ਸਮਾਈ ਕੀਤੀ ਹੈ, ਸੋ ਅਮੁੱਲ ਹੋ ਗਏ ਹਨ। ਇਸ ਵਪਾਰ ਦੀ ਹੱਟੀ ਨਹੀਂ, ਕਿਉਂਕਿ ਇਹ ਵਪਾਰ ਕਿਸੇ ਮੁੱਲ ਕੀਮਤ ਦੇ ਬਦਲੇ ਵਖਰ ਲੈਣ ਦੇਣ ਦੀ ਖਰੀਦ ਫਰੋਖਤ ਨਹੀਂ। ਇਸ ਦਾ ਤਾਂ ਦਰਬਾਰ ਸਤ ਸੰਗ ਦਾ ਦੀਵਾਨ ਹੁੰਦਾ ਹੈ, ਤੇ ਅਮੁੱਲ ਦੇਣ ਲੈਣ ਕਰਨਾ ਇਹ ਉਸ ਦੀਵਾਨ ਦਾ ਧਰਮ ਹੁੰਦਾ ਹੈ। ਸੋ ਅਮੁੱਲ ਵਪਾਰ ਹੋਣ ਕਰਕੇ ਇਸ ਦਾ ਦੀਵਾਨ ਤੇ ਧਰਮ ਵੀ ਅਮੁੱਲ ਹੈ। ਉਥੇ ਤੁਲ ਤੱਕੜੀ ਤੇ ਪ੍ਰਮਾਣ ਵੱਟੇ ਵੀ ਉਹ ਹਨ ਜੋ ਮੁੱਲ ਥੀ ਉੱਪਰ ਹਨ, ਕਿਉਂਕਿ ਅਮੁੱਲ ਵਖਰ ਦਾ ਤੋਲ ਮਾਪ ਮੁੱਲ ਵਾਲੇ ਤੱਕੜੀ ਵੱਟੇ ਨਹੀਂ ਕਰ ਸਕਦੇ। ਅਮੁੱਲ ਦਾ ਵਪਾਰ ਅਸਲ ਵਿੱਚ ਵਪਾਰ ਨਹੀਂ, ਕਿਉਂਕਿ ਵਪਾਰ ਵਿੱਚ ਤਾਂ ਮੁੱਲ ਮੁੱਖ ਵਸਤੂ ਹੈ, ਇਥੇ ਮੁੱਲ ਹੈ ਹੀ ਨਹੀਂ। ਸੋ ਇਸ ਨੂੰ ਤਾਂ ਬਖਸ਼ਿਸ਼ ਕਹਿਣਾ ਚਾਹੀਏ। ਸੋ ਇਸ ਵਪਾਰ ਦੀ ਬਖਸ਼ਿਸ਼ ਵੀ ਅਮੁੱਲ ਹੈ, ਤੇ ਇਸ ਬਖਸ਼ਿਸ਼ ਦਾ ਜੋ ਨਿਸ਼ਾਨ ਪੈਂਦਾ ਹੈ ਉਹ ਵੀ ਅਮੁੱਲ ਹੈ। ਬਖਸ਼ਿਸ਼ ਤਾਂ ਸ਼ੈ ਹੀ ਮੁੱਲ ਤੋਂ ਪਰੇ ਦੀ ਹੋਈ, ਤੇ ਇਹ ਬਖਸ਼ਿਸ਼ ਹੀ ਨਿਸ਼ਾਨ ਪੈਂਦਾ ਹੈ, ਸੋ ਨਿਸ਼ਾਨ ਆਪੇ ਅਮੁੱਲ ਹੋ ਗਿਆ। ਜਿਸ ਦੇ ਹੁਕਮ ਨਾਲ ਬਖਸ਼ਿਸ਼ ਹੁੰਦੀ ਹੈ ਉਹ ਆਪ ਅਮੁੱਲ ਹੈ, ਸੋ ਉਸ ਦਾ ਫਰਮਾਨ ਵੀ ਅਮੁੱਲ ਹੈ, ਤੇ ਜੋ ਬਖਸ਼ਿਸ਼ ਹੁੰਦੀ ਹੈ ਉਹ ਵੀ ਅਮੁੱਲ ਹੋਈ। ਉਹ ਦਾਤਾ ਸੱਚਾ ਸਾਹਿਬ ਆਪ ਅਮੁੱਲ ਹੀ ਅਮੁੱਲ ਹੈ, ਸਭਨਾ ਕੀਮਤਾਂ ਕੂਤਾਂ ਤੋਂ ਉੱਪਰ ਹੈ, ਵਰਣਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਭਗਤਾਂ ਨੇ ਆਖਿਆ ਹੈ ਉਹ ਆਖਦੇ ਆਖਦੇ ਆਪ ਉਸ ਵਿੱਚ ਲਿਵ ਧਾਰੀ ਹੋ ਗਏ ਹਨ। ਨਿਰੁਕਤ। ਅਮੁੱਲ ਦਾ ਭਾਵ ਹੈ ਮੁੱਲ ਤੋਂ ਰਹਿਤ, ਬੇਮੁੱਲੀ ਸ਼ੈ। ਬਹੁਮੁੱਲੀ ਸ਼ੈ ਜਿਸ ਦੀ ਕੀਮਤ ਆਮ ਕੀਮਤਾਂ ਤੋਂ ਵੱਡੀ ਹੋਵੇ। ਜੋ ਅਰਥ ਇਸ ਪੌੜੀ ਵਿੱਚ ਹੈ ਸੋ ਉੱਪਰ ਵਿਆਖਿਆ ਵਿੱਚ ਆ ਚੁੱਕਾ ਹੈ। ਅਮੁੱਲ
ਜੋ ਮੁੱਲ ਤੋਂ ਉੱਪਰ ਹੈ, ਪ੍ਰਮਾਤਮ ਦੇਵ ਵਾਹਿਗੁਰੂ। ਅਮੁੱਲਾ ਸਮਾਹੇ, ਉਸ ਅਮੁੱਲ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਤੁਲ ਭਾਵ ਤੱਕੜੀ, ਪ੍ਰਵਾਨ ਭਾਵ ਵੱਟਾ। ਕਰਮ ਅਰਬੀ ਦਾ ਭਾਵ ਹੈ ਬਖਸ਼ਿਸ਼। ਅਮੁੱਲੋ ਅਮੁੱਲ, ਅਮੁੱਲ ਹੀ ਅਮੁੱਲ ਭਾਵ ਪ੍ਰਮਾਤਮ ਦੇਵ ਜੋ ਅਮੁੱਲ ਹੀ ਅਮੁੱਲ ਹੈ।